ਗੁਰਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਹਫਤੇ ਸ਼ੁੱਕਰਵਾਰ ਨੂੰ ਸ਼ਾਮੀ 5 ਵਜੇ ਐਵਰੀ ਫਰਾਈਡੇ ਈਵਨਿੰਗ 5 o'clock ਦਰਸ਼ਕਾਂ ਦੇ ਲਈ ਇੱਕ ਹਫਤਾਵਾਰੀ ਐਪੀਸੋਡ ਲੈ ਕੇ ਹਾਜ਼ਰ ਹੁੰਦੇ ਹਾਂ, ਜਿਹਦਾ ਨਾਮ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇਸ ਐਪੀਸੋਡ ਦੇ ਵਿੱਚ ਪਿਆਰੇ ਮਿੱਠੇ ਵੀਰ ਇੰਜੀਨੀਅਰ ਹਰਜੋਤ ਸਿੰਘ ਜੀ ਤੁਹਾਡੇ ਨਾਲ ਸਾਖੀਆਂ ਦੀ ਸਾਂਝ ਕਰਦੇ ਨੇ। ਅੱਜ ਫਿਰ ਉਹ ਇੱਕ ਨਵੀਂ ਸਾਖੀ ਲੈ ਕੇ ਤੁਹਾਡੇ ਰੂਬਰੂ ਹੋਣਗੇ। ਆਓ ਉਹਨਾਂ ਨੂੰ ਪਹਿਲਾਂ ਜੀਓ ਆਇਆਂ ਕਹੀਏ। ਵੀਰ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀਓ, ਤੁਸੀਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਰਾਹੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕ ਬਹੁਤ ਪਸੰਦ ਕਰ ਰਹੇ ਨੇ, ਵਿਸ਼ੇਸ਼ ਤੌਰ ਤੇ ਬੱਚੇ ਬਹੁਤ ਪਸੰਦ ਕਰ ਰਹੇ ਨੇ, ਕਿਉਂਕਿ ਤੁਹਾਡਾ ਜੋ ਸਾਖੀ ਦਾ ਅੰਦਾਜ਼ ਹੈ ਉਹਦਾ ਵਧੀਆ ਨਿਚੋੜ ਕਰਕੇ ਦੁਨੀਆ ਦੇ ਸਾਹਮਣੇ ਰੱਖਦੇ ਹੋ। ਅੱਜ ਆਪਣਾ ਇਹ ਚੌਥਾ ਐਪੀਸੋਡ ਹੈ। ਪਿੱਛੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਸਾਹਿਬ ਦੇ ਅਸਲੀ ਦਰਸ਼ਨ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਭਾਈ ਮਨਸੁਖ ਦੇ ਜੋ ਵਾਰਤਾਲਾਪ ਭਾਈ ਮਨਸੁਖ ਰਾਹੀਂ, ਉਹਨਾਂ ਦੇ ਜੀਵਨ ਰਾਹੀਂ ਤੁਸੀਂ ਬਹੁਤ ਖੂਬ ਇੱਕ ਨਕਸ਼ਾ ਚਿੱਤਰਿਆ ਸੀ। ਉਸ ਤੋਂ ਬਾਅਦ ਜੋ ਪਿਛਲੇ ਐਪੀਸੋਡ ਦੇ ਵਿੱਚ ਗੁਰੂ ਪਾਤਸ਼ਾਹ ਜਦੋਂ ਪੜ੍ਹਾਈ ਕਰਨ ਜਾਂਦੇ ਨੇ, ਜ਼ਿੰਦਗੀ ਦਾ ਅਸਲੀ ਮਕਸਦ ਉਹ ਵੀ ਬਾਕਮਾਲ ਸੀ। ਔਰ ਤੁਸੀਂ ਸੰਗਤਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਇਸ ਵਾਰੀ ਇੱਕ ਸਾਖੀ ਜਿਹੜੀ ਹੈ ਜਨੇਊ ਪਾਉਣ ਦੀ ਸਾਂਝੀ ਕਰਨੀ ਹੈ, ਤੇ ਮੈਂ ਸਾਡੇ ਦਰਸ਼ਕਾਂ ਦੇ ਨਾਲ ਇੱਕ ਸਾਂਝ ਪਾ ਲਵਾਂ। ਦੁਨੀਆ ਤੇ ਕਈ ਵਾਰੀ ਕੁਝ ਪਰੰਪਰਾਵਾਂ ਧਾਰਮਿਕ ਪਰੰਪਰਾਵਾਂ ਬਣ ਕੇ ਦੁਨੀਆ ਦੇ ਜ਼ਿਹਨ ਵਿੱਚ ਬੈਠ ਜਾਂਦੀਆਂ ਨੇ, ਪਰ ਜਦੋਂ ਉਸਦੀ ਘੋਖ ਕੀਤੀ ਜਾਂਦੀ ਹੈ, ਉਸਦੀ ਖੋਜ ਕੀਤੀ ਜਾਂਦੀ ਹੈ, ਉਹ ਐਕਚੁਅਲੀ ਧਰਮ ਨਹੀਂ ਹੁੰਦਾ, ਉਹ ਇੱਕ ਐਮਪਟੀ ਰਿਚੁਅਲਸ ਹੁੰਦੀਆਂ ਨੇ। ਜਿਹੜੇ ਫੋਕੇ ਰਸਮ ਹੋਣ, ਫੋਕੇ ਰਿਵਾਜ ਹੋਣ, ਜਾਂ ਇੱਕ ਆਮ ਰਸਮ ਜਿਹੜੀ ਹੈ ਉਹ ਵੱਡੀ ਪਰੰਪਰਾ ਬਣ ਕੇ ਦੁਨੀਆ ਦੇ ਜ਼ਿਹਨ ਵਿੱਚ ਛਾ ਜਾਵੇ, ਤਾਂ ਉਸ ਪਰੰਪਰਾ ਦੇ ਆਪੋਜਿਟ ਬੋਲਣਾ ਬੜਾ ਔਖਾ ਹੁੰਦਾ ਹੈ। ਫਿਰ ਉਸ ਪਰੰਪਰਾ ਬਾਰੇ ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਹੈ, ਤੇ ਉਸ ਨੂੰ ਚੈਲੰਜ ਕਰਨਾ ਬੜਾ ਔਖਾ ਹੁੰਦਾ ਹੈ। ਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ, ਗੁਰੂ ਪਾਤਸ਼ਾਹ ਪੁਰੀ ਵਿੱਚ ਜਾਂਦੇ ਨੇ, ਜਗਨਨਾਥਪੁਰੀ ਉੜੀਸਾ ਦੇ ਵਿੱਚ ਆਰਤੀ ਹੁੰਦੀ ਹੈ। ਆਰਤੀ ਦੀ ਪਰੰਪਰਾ ਇੱਕ ਐਸੀ ਪਰੰਪਰਾ ਬਣੀ ਹੈ, ਗੁਰੂ ਪਾਤਸ਼ਾਹ ਉਸ ਨੂੰ ਚੈਲੰਜ ਕਰਦੇ ਨੇ। ਬਾਕਮਾਲ ਇੱਕ ਵੱਡੀ ਲਕੀਰ ਕੱਢ ਕੇ ਇੱਕ ਐਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ। ਜਿਹੜੇ ਦਰਸ਼ਕ ਮੇਰਾ ਵੀਕਲੀ ਟਾਕ ਸ਼ੋਅ ਹਰਪ੍ਰੀਤ ਸਿੰਘ ਸ਼ੋਅ ਦੇ ਉੱਪਰ ਸੁਣ ਰਹੇ ਨੇ, ਜੋ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਵੀਕਲੀ ਟਾਕ ਸ਼ੋਅ ਚੱਲ ਰਿਹਾ ਹੈ, ਉਸ ਵਿੱਚ ਸੋਹਿਲਾ ਸਾਹਿਬ ਦਾ ਤੀਸਰਾ ਸ਼ਬਦ, ਉਹਦੀ ਵਿਆਖਿਆ ਤੁਸੀਂ ਸੁਣੀ ਹੋਏਗੀ। ਜਿਨ੍ਹਾਂ ਨੇ ਨਹੀਂ ਦੇਖੀ ਵੀਡੀਓ, ਉਹ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਚੈਨਲ ਦੇ ਉੱਪਰ ਹਰਪ੍ਰੀਤ ਸਿੰਘ ਸ਼ੋਅ ਟਾਕ ਸ਼ੋਅ ਦੇ ਵਿੱਚ। ਉੱਥੇ ਵੀ ਮੈਂ ਸੰਗਤਾਂ ਨਾਲ ਸਾਂਝੀ ਕੀਤੀ ਸੀ ਕਿ ਜਿਹੜੇ ਵੱਡੀਆਂ ਪਰੰਪਰਾਵਾਂ ਬਣ ਗਏ ਨੇ, ਉਹਨਾਂ ਨੂੰ ਚੈਲੰਜ ਕਰਨ ਦਾ ਤਰੀਕਾ, ਉਹਨੂੰ ਸਮਝਾਉਣ ਦਾ ਤਰੀਕਾ ਗੁਰੂ ਪਾਤਸ਼ਾਹ ਦਾ ਬਾਕਮਾਲ ਸੀ। ਇਸੇ ਤਰ੍ਹਾਂ ਹੀ ਇਹ ਇੱਕ ਪਰੰਪਰਾ ਜਨੇਊ ਪਹਿਨਣ ਦੀ ਬੜੀ ਵੱਡੀ ਪਰੰਪਰਾ ਬਣ ਕੇ ਦੁਨੀਆ ਤੇ ਉਸ ਵੇਲੇ ਛਾਈ ਹੋਈ ਸੀ। ਉਹਦੇ ਬਾਰੇ ਵੀਰ ਜੀ ਹਰਜੋਤ ਸਿੰਘ ਜੀ ਤੁਹਾਡੇ ਰੂਬਰੂ ਹੋ ਰਹੇ ਨੇ। ਆਓ ਉਹਨਾਂ ਦੀ ਮੁਬਾਰਕ ਰਸਨਾ ਤੋਂ ਸਰਵਣ ਕਰੀਏ। ਵੀਰ ਜੀ, ਉਹ ਤੁਹਾਨੂੰ ਜੀਓ ਆਇਆਂ ਨੂੰ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਦੇ ਨਾਲ ਇਹ ਸਾਖੀ ਤੁਸੀਂ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਦੁਨੀਆ ਤੇ ਅਨੇਕਾਂ ਸੇਧਾਂ ਦਿੱਤੀਆਂ, ਦੁਨਿਆਵੀ ਤੌਰ ਤੇ ਸਫਲ ਹੋਣਾ, ਅਧਿਆਤਮਿਕ ਤੌਰ ਤੇ ਸਫਲ ਹੋਣਾ ਦਾ ਸਾਨੂੰ ਆਪਣੇ ਜੀਵਨ ਤੋਂ ਸਿਖਾਇਆ, ਉੱਥੇ ਮੇਰੇ ਸਤਿਗੁਰੂ ਜੀ ਨੇ ਕੁਝ ਉਹਨਾਂ ਧਾਰਮਿਕ ਪਰੰਪਰਾਵਾਂ ਦਾ ਵੀ ਖੰਡਨ ਕੀਤਾ ਜਿਹੜੀਆਂ ਸਿਰਫ ਰਸਮਾਂ ਬਣ ਕੇ ਰਹਿ ਗਈਆਂ ਸੀ, ਪਰ ਅੰਦਰੋਂ ਧਰਮ ਦਾ ਨਾਮੋ ਨਿਸ਼ਾਨ ਮਿਟ ਚੁੱਕਾ ਸੀ। ਔਰ ਉਹ ਰਸਮਾਂ ਸਮਾਜ ਨੂੰ ਵੰਡ ਰਹੀਆਂ ਸਨ, ਔਰ ਸਮਾਜ ਦੇ ਕੁਝ ਹਿੱਸੇ ਨੂੰ ਜ਼ਲੀਲ ਵੀ ਕਰ ਰਹੀਆਂ ਸੀ। ਇਤਿਹਾਸ ਦੱਸਦਾ ਵੀ ਆਪ ਜੀ ਦੀ ਉਮਰ ਤਕਰੀਬਨ 9 ਸਾਲ ਦੀ ਹੋਈ। ਪਿਤਾ ਜੀ ਨੇ ਸੋਚਿਆ ਵੀ ਹੁਣ ਜਨੇਊ ਪਾਉਣ ਦੀ ਜਿਹੜੀ ਆ ਰਸਮ ਪੂਰੀ ਹੋਵੇ, ਕਿਉਂਕਿ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸਨ। ਹਾਲਾਂਕਿ ਜਿਹੜੇ ਸਤਪੁਰਸ਼ ਹੁੰਦੇ ਨੇ, ਉਹਨਾਂ ਦਾ ਜਨਮ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਵੇ, ਪਰ ਉਹ ਧਰਮਾਂ ਤੇ ਵੰਡੀਆਂ ਤੋਂ ਆਜ਼ਾਦ ਹੁੰਦੇ ਨੇ। ਉਹਨਾਂ ਦਾ ਅੰਦਰ ਪ੍ਰਮਾਤਮਾ ਨਾਲ ਜੁੜਿਆ ਹੁੰਦਾ, ਉਹ ਕਦੀ ਵੀ ਬਾਹਰਲੀਆਂ ਪਰੰਪਰਾਵਾਂ ਦੇ ਵਿੱਚ ਬੱਝੇ ਨਹੀਂ ਹੁੰਦੇ।
ਦੁਨਿਆਵੀ ਤੌਰ ਤੇ ਕਹਿ ਸਕਦੇ ਹਾਂ ਵੀ ਗੁਰੂ ਨਾਨਕ ਸਾਹਿਬ ਦਾ ਆਗਮਨ ਉਹਨਾਂ ਦੇ ਘਰ ਹੋਇਆ ਜਿਨ੍ਹਾਂ ਨੂੰ ਲੋਕ ਹਿੰਦੂ ਕਹਿੰਦੇ ਨੇ, ਕੀ ਬਾਤ ਹੈ। ਔਰ ਉਹਨਾਂ ਦੀ ਰਸਮ ਸੀ ਵੀ ਇਸ ਉਮਰੇ ਜਨੇਊ ਪਾਉਣਾ ਹੈ। ਹੂੰ ਪਿਤਾ ਕਲਿਆਣ ਦਾਸ ਨੇ ਸੋਚਿਆ ਵੀ ਉਮਰ ਹੋ ਗਈ ਹੈ, ਹੁਣ ਇਹ ਰਸਮ ਨਿਭਾਈ ਜਾਏ। ਤੋ ਘਰ ਦੇ ਵਿੱਚ ਸਾਰਾ ਪ੍ਰਬੰਧ ਹੁੰਦਾ ਹੈ, ਰਿਸ਼ਤੇਦਾਰ ਸੱਦੇ ਜਾਂਦੇ ਨੇ, ਪ੍ਰੋਹਿਤ ਸੱਦੇ ਜਾਂਦੇ ਨੇ, ਉੱਚੇ ਬ੍ਰਾਹਮਣ ਸੱਦੇ ਜਾਂਦੇ ਨੇ, ਸਾਰੀ ਤਿਆਰੀ ਕਰ ਲਈ ਜਾਂਦੀ ਹੈ। ਪੰਡਤ ਹਰਦਿਆਲ ਆਉਂਦਾ ਹੈ, ਇਤਿਹਾਸ ਨੇ ਜ਼ਿਕਰ ਕੀਤਾ ਹੈ, ਬੈਠਦੇ ਨੇ, ਸਤਿਗੁਰੂ ਨਾਨਕ ਸਾਹਿਬ ਵੀ ਬੈਠਦੇ ਨੇ। ਔਰ ਇਹ ਪੰਡਤ ਹਰਦਿਆਲ ਜਦੋਂ ਜਨੇਊ ਦਾ ਧਾਗਾ ਪਾਉਣ ਲੱਗਦਾ ਹੈ ਤਾਂ ਸਤਿਗੁਰੂ ਜੀ ਰੋਕ ਕੇ ਪੁੱਛਦੇ ਨੇ, ਪੰਡਤ ਜੀ ਇਹ ਧਾਗਾ ਤਾਂ ਪਾਉਣ ਲੱਗੇ ਹੋ, ਪਰ ਪਾਉਣ ਤੋਂ ਪਹਿਲਾਂ ਇਹ ਤਾਂ ਦੱਸ ਦਿਓ ਵੀ ਇਹ ਰਸਮ ਜ਼ਰੂਰੀ ਕਿਉਂ ਹੈ, ਇਹ ਧਾਗਾ ਪਾਉਣਾ ਕਿਉਂ ਹੈ। ਹੂੰ ਪੰਡਤ ਕਹਿਣ ਲੱਗਾ, ਨਾਨਕ ਇਸ ਧਾਗੇ ਨੂੰ ਜਨੇਊ ਕਹਿੰਦੇ ਆ, ਜਨੇਊ ਕਹਿੰਦੇ ਆ, ਤੇ ਜੇ ਇਹ ਜਨੇਊ, ਜੇ ਇਹ ਧਾਗਾ ਪਾਵਾਂਗੇ ਤਾਂ ਧਰਮੀ ਬਣਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ, ਅੱਛਾ ਇਹ ਧਾਗਾ ਪਾ ਕੇ ਹੀ ਧਰਮੀ ਬਣਿਆ ਜਾ ਸਕਦਾ ਹੈ? ਹੂੰ ਜੇ ਇਹ ਧਾਗਾ ਪਾ ਕੇ ਧਰਮੀ ਬਣਿਆ ਜਾ ਸਕਦਾ ਹੈ, ਫਿਰ ਧਰਮੀ ਤਾਂ ਸਾਰਿਆਂ ਨੂੰ ਹੋਣਾ ਚਾਹੀਦਾ ਹੈ। ਹੂੰ ਧਰਮੀ ਤਾਂ ਮੇਰੀ ਮਾਂ ਨੂੰ ਵੀ ਹੋਣਾ ਚਾਹੀਦਾ ਹੈ, ਧਰਮੀ ਮੇਰੀ ਭੈਣ ਨੂੰ ਵੀ ਹੋਣਾ ਚਾਹੀਦਾ, ਧਰਮੀ ਤਾਂ ਸ਼ੂਦਰਾਂ ਨੂੰ ਵੀ ਹੋਣਾ ਚਾਹੀਦਾ। ਪਰ ਮੈਂ ਦੇਖਿਆ ਮੇਰੀ ਭੈਣ ਮੇਰੇ ਤੋਂ ਵੱਡੇ ਨੇ, ਤੁਸੀਂ ਇਹ ਧਾਗਾ ਉਹਨਾਂ ਨੂੰ ਤਾਂ ਪਾਇਆ ਨਹੀਂ, ਕੀ ਬਾਤ ਹੈ। ਕਿ ਉਹਨਾਂ ਨੂੰ ਧਰਮੀ ਬਣਨ ਦਾ ਹੱਕ ਨਹੀਂ? ਹੂੰ ਤੇ ਪੰਡਤ ਨੇ ਜਵਾਬ ਦਿੱਤਾ, ਕਹਿਣ ਲੱਗੇ, ਨਾਨਕ ਇਹ ਧਾਗਾ ਕੇਵਲ ਮਰਦ ਤੇ ਉੱਚੀਆਂ ਜਾਤਾਂ ਵਾਲੇ ਪਾ ਸਕਦੇ ਨੇ, ਇਹ ਧਾਗਾ ਔਰਤ ਨਹੀਂ ਪਾ ਸਕਦੀ, ਇਹ ਧਾਗਾ ਸ਼ੂਦਰ ਨਹੀਂ ਪਾ ਸਕਦੀ। ਹੂੰ ਮਹਾਰਾਜ ਕਹਿੰਦੇ, ਉਹ ਕਿਉਂ? ਪੰਡਤ ਕਹਿਣ ਲੱਗਾ, ਔਰਤ ਇਹ ਧਾਗਾ ਇਸ ਕਰਕੇ ਨਹੀਂ ਪਾ ਸਕਦੀ ਕਿਉਂਕਿ ਔਰਤ ਮੈਲੀ ਹੈ, ਹੂੰ ਸ਼ੂਦਰ ਮੈਲਾ ਹੈ, ਹੂੰ ਤੇ ਮੈਲਿਆਂ ਨੂੰ ਇਹ ਧਾਗਾ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਹਿੱਕ ਠੋਕ ਕੇ ਤੇ ਟਣਕਾ ਕੇ ਕਿਹਾ, ਪੰਡਤ ਜੀ ਭੁੱਲ ਕੇ ਵੀ ਇਹ ਗੱਲ ਨਾ ਕਰਨਾ, ਜਿਹੜੇ ਧਰਮ ਦੀ ਰਸਮ ਸਮਾਜ ਨੂੰ ਵੰਡ ਰਹੀ ਹੋਵੇ, ਔਰਤ ਨੂੰ ਜ਼ਲੀਲ ਕਰ ਰਹੀ ਹੋਵੇ, ਉਹ ਰਸਮ ਕਦੀ ਵੀ ਧਰਮ ਦਾ ਹਿੱਸਾ ਨਹੀਂ ਹੁੰਦੀ, ਉਹ ਭੁਲੇਖਾ ਹੀ ਹੁੰਦਾ ਹੈ, ਉਹ ਫਰੇਬ ਹੁੰਦਾ ਹੈ। ਵਾਓ। ਦੂਸਰੀ ਗੱਲ, ਤੁਸੀਂ ਕਹਿੰਦੇ ਹੋ ਔਰਤ ਮੈਲੀ ਹੈ, ਔਰ ਆਪਣੇ ਆਪ ਨੂੰ ਤੁਸੀਂ ਬ੍ਰਾਹਮਣ ਕਹਿੰਦੇ ਹੋ, ਪਵਿੱਤਰ ਕਹਿੰਦੇ ਹੋ, ਪਰ ਯਾਦ ਰੱਖਿਓ ਤੁਹਾਡਾ ਜਨਮ ਵੀ ਉਸ ਕੁੱਖ ਤੋਂ ਹੋਇਆ ਜਿਸ ਕੁੱਖ ਨੂੰ ਤੁਸੀਂ ਮੈਲੀ ਕਹਿ ਰਹੇ ਹੋ, ਹੂੰ ਤੇ ਜਿਹਨੂੰ ਤੁਸੀਂ ਮੈਲਾ ਕਹਿ ਰਹੇ ਹੋ, ਮੈਲੀ ਕੁੱਖ ਤੋਂ ਕਦੀ ਪਵਿੱਤਰ ਬ੍ਰਾਹਮਣ ਜਨਮ ਕਿਵੇਂ ਲੈ ਸਕਦਾ? ਕੀ ਬਾਤ ਹੈ। ਮੈਲੇ ਤੋਂ ਤਾਂ ਫਿਰ ਮੈਲਾ ਹੀ ਜਨਮ ਲਵੇਗਾ ਨਾ। ਜੇ ਤੁਸੀਂ ਪਵਿੱਤਰ ਹੋ ਤੇ ਜਿੱਥੋਂ ਜਨਮ ਲਿਆ ਹੈ ਉਹ ਕੁੱਖ ਮੈਲੀ ਕਿਵੇਂ ਹੋ ਗਈ, ਉਹ ਔਰਤ ਕਿਵੇਂ ਮੈਲੀ ਹੋ ਗਈ? ਪੰਡਤ ਜੀ ਉਸ ਔਰਤ ਨੂੰ ਭੁੱਲ ਕੇ ਮੈਲਾ ਨਾ ਆਖੋ, ਨੀਵਾ ਨਾ ਆਖੋ, ਜਿਹਨੇ ਵੱਡੇ ਵੱਡੇ ਰਾਜੇ ਤੇ ਪੈਗੰਬਰਾਂ ਨੂੰ ਜਨਮ ਦਿੱਤਾ। ਅਕਸਰ ਆਪਾਂ ਇਹ ਬਚਨ ਪੜ੍ਹਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ, ਇੱਕ ਵਾਰੀ ਸਾਰਿਆਂ ਦੀ ਬੋਲਤੀ ਬੰਦ ਹੋ ਗਈ, ਪਰ ਪੰਡਤ ਨੇ ਦੁਬਾਰਾ ਹਿੰਮਤ ਕੀਤੀ, ਕਹਿਣ ਲੱਗਾ, ਨਾਨਕ ਇਹ ਧਾਗਾ ਪਾਉਣਾ ਜ਼ਰੂਰੀ ਹੈ, ਜੇ ਮੌਤ ਤੋਂ ਬਾਅਦ ਤੂੰ ਨਰਕਾਂ ਤੋਂ ਤੇ ਜਮਾਂ ਤੋਂ ਬਚਣਾ ਚਾਹੁੰਦਾ, ਧਾਗਾ ਪਾਉਣਾ ਹੀ ਪਵੇਗਾ। ਮਹਾਰਾਜ ਕਹਿੰਦੇ, ਅੱਛਾ ਮੌਤ ਤੋਂ ਬਾਅਦ ਇਹ ਧਾਗਾ ਸਹਾਈ ਹੁੰਦਾ ਹੈ? ਪੰਡਤ ਕਹਿੰਦਾ, ਬਿਲਕੁਲ ਹੁੰਦਾ। ਸਤਿਗੁਰੂ ਜੀ ਕਹਿੰਦੇ, ਤੁਸੀਂ ਕਹਿੰਦੇ ਹੋ ਧਾਗਾ ਮੌਤ ਤੋਂ ਬਾਅਦ ਸਹਾਈ ਹੁੰਦਾ ਹੈ, ਪਰ ਮੈਂ ਦੇਖਦਾ ਇਹ ਧਾਗਾ ਘਸ ਵੀ ਜਾਂਦਾ ਹੈ, ਮੈਲਾ ਵੀ ਹੋ ਜਾਂਦਾ ਹੈ, ਸਮਾਂ ਪੈਣ ਤੇ ਇਹ ਧਾਗਾ ਬਦਲਣਾ ਵੀ ਪੈਂਦਾ ਹੈ, ਤੇ ਜਦੋਂ ਬੰਦਾ ਮਰਦਾ ਹੈ ਇਹਨੂੰ ਸਾੜਿਆ ਜਾਂਦਾ ਹੈ, ਇਹ ਧਾਗਾ ਵੀ ਇੱਥੇ ਸੜ ਕੇ ਖਾਕ ਹੋ ਜਾਂਦਾ ਹੈ। ਤੇ ਜਿਹੜਾ ਧਾਗਾ ਇੱਥੇ ਹੀ ਸੜ ਗਿਆ, ਤੁਸੀਂ ਕਹਿ ਰਹੇ ਹੋ ਵੀ ਮੌਤ ਤੋਂ ਬਾਅਦ ਅੱਗੇ ਸਹਾਈ ਹੋਵੇਗਾ, ਸਾਡੀ ਹੈਲਪ ਕਰੇਗਾ। ਜਿਹੜਾ ਧਾਗਾ ਇੱਥੇ ਹੀ ਸੜ ਗਿਆ, ਉਹ ਧਾਗਾ ਕਿਵੇਂ ਸਹਾਈ ਹੋਵੇਗਾ? ਪੰਡਤ ਕਹਿਣ ਲੱਗਾ, ਇਹ ਧਾਗਾ ਪਾਉਣਾ ਜ਼ਰੂਰੀ ਹੈ ਕਿਉਂਕਿ ਦੇਖ ਸਾਰਿਆਂ ਨੇ ਪਾਇਆ। ਮਹਾਰਾਜ ਕਹਿੰਦੇ, ਮੈਂ ਇਸ ਗੱਲ ਤੇ ਵੀ ਯਕੀਨ ਨਹੀਂ ਕਰਦਾ ਵੀ ਤੁਸੀਂ ਸਾਰਿਆਂ ਨੇ ਪਾਇਆ। ਮਹਾਰਾਜ ਕਹਿੰਦੇ, ਨਾ ਧਾਗਾ ਤੂੰ ਪਾਇਆ ਤੇ ਨਾ ਇੱਥੇ ਬੈਠੇ ਪੁਰਸ਼ਾਂ ਨੇ ਪਾਇਆ। ਪੰਡਤ ਨੇ ਆਪਣਾ ਧਾਗਾ ਕੱਢ ਕੇ ਦਿਖਾ ਦਿੱਤਾ, ਕਹਿਣ ਲੱਗਾ, ਦੇਖੋ ਮੈਂ ਧਾਗਾ ਪਾਇਆ। ਸਤਿਗੁਰੂ ਜੀ ਕਹਿੰਦੇ, ਤੂੰ ਬਾਹਰੀ ਧਾਗਾ ਪਾਇਆ ਹੈ, ਪਰ ਯਾਦ ਰੱਖ ਤੇਰੀਆਂ ਅੱਖਾਂ ਪਰਾਇਆ ਤਨ ਦੇਖਦੀਆਂ ਨੇ, ਅੱਖਾਂ ਤੇ ਤਾਂ ਧਾਗਾ ਪਾਇਆ ਨਹੀਂ। ਕੰਨ ਤੇਰੇ ਪਰਾਈ ਨਿੰਦਿਆ ਸੁਣਦੇ ਨੇ, ਕੰਨਾਂ ਤੇ ਤਾਂ ਧਾਗਾ ਪਾਇਆ ਨਹੀਂ। ਜ਼ਬਾਨ ਬੜਿਆਂ ਨੂੰ ਜ਼ਲੀਲ ਕਰਦੀ ਏ, ਕਈਆਂ ਨੂੰ ਗਾਲਾਂ ਕੱਢਦੀ ਏ, ਇਸ ਜ਼ਬਾਨ ਨੂੰ ਤਾਂ ਧਾਗਾ ਪਾਇਆ ਨਹੀਂ। ਜਿਹੜੇ ਹੱਥ ਪਰਾਇਆ ਧਨ ਪਕੜਦੇ ਨੇ, ਉਹਨਾਂ ਹੱਥਾਂ ਨੂੰ ਧਾਗਾ ਪਾਇਆ ਹੈ, ਬਾਹਰੀ ਧਾਗਾ ਪਾ ਲਿਆ, ਇੰਦਰੀਆਂ ਤੇ ਤਾਂ ਧਾਗਾ ਪਾਇਆ ਨਹੀਂ। ਬਾਹਰੋਂ ਧਰਮੀ ਬਣ ਗਏ, ਅੰਦਰ ਤਾਂ ਤੇਰੇ ਉਵੇਂ ਹੀ ਵਿਕਾਰਾਂ ਦਾ ਵਿਕਾਰਾਂ ਨਾਲ ਭਰਿਆ। ਇੱਥੇ ਮਹਾਰਾਜ ਨੇ ਬਚਨ ਕੀਤਾ, ਮਹਾਰਾਜ ਕਹਿੰਦੇ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੀਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵਤੈ
ਬਟ ਬਟ ਧਾਗੇ ਇਹ ਅਵਰਾ ਅਵਰਾ ਕਰ। ਕਰਤਾ ਹੈ। ਵਾਹ ਵਾਹ। ਮਹਾਰਾਜ ਮਹਾਰਾਜ ਕਹਿੰਦੇ ਚੰਗਾ ਹੁੰਦਾ ਜੇ ਆਪਣੇ ਇੰਦਰੀਆਂ ਤੇ ਵੀ ਧਾਗਾ ਪਾ ਲੈਂਦਾ, ਅੱਖਾਂ ਨੂੰ ਸੰਜਮ ਦੇ ਵਿੱਚ ਕਰਦਾ ਵੀ ਕਿਤੇ ਪਰਾਇਆ ਤਨ ਨਾ ਦੇਖਦੇ, ਹੂੰ ਆਪਣੇ ਕੰਨਾਂ ਨੂੰ ਕੰਟਰੋਲ ਕਰਦਾ ਵੀ ਇਹ ਪਰਾਈ ਨਿੰਦਿਆ ਨਾ ਸੁਣਨ, ਹੂੰ ਜ਼ਬਾਨ ਨੂੰ ਕੰਟਰੋਲ ਕਰ, ਧਾਗੇ ਪਾਉਣ ਤੋਂ ਭਾਵ ਕੰਟਰੋਲ ਕਰਕੇ ਇਹ ਕਿਸੇ ਨੂੰ ਗਲਤ ਨਾ ਬੋਲਣ, ਹੂੰ ਆਪਣੇ ਹੱਥਾਂ ਨੂੰ ਆਪਣੇ ਵੱਸ ਦੇ ਵਿੱਚ ਲੈ ਕੇ ਆ ਤਾਂ ਕਿ ਇਹ ਪਰਾਇਆ ਧਨ ਨਾ ਪਕੜਨ, ਆਪਣੇ ਪੈਰਾਂ ਨੂੰ ਵੱਸ 'ਚ ਲੈ ਕੇ ਆ ਤਾਂ ਕਿ ਇਹ ਕਿਤੇ ਗਲਤ ਪਾਸੇ ਨਾ ਚੱਲਣ। ਆਪਣੇ ਇੰਦਰੀਆਂ ਨੂੰ ਧਾਗਾ ਪਾਇਆ ਹੁੰਦਾ ਤਾਂ ਇਹ ਧਾਗਾ ਪ੍ਰਵਾਨ ਹੋ ਜਾਣਾ ਸੀ, ਪਰ ਜਿਹੜੇ ਧਾਗੇ ਦੀ ਤੂੰ ਗੱਲ ਕਰਦਾ ਹੈ ਇਹ ਪਾ ਕੇ ਵੀ ਨਾ ਪਾਇਆ ਵਰਗਾ ਹੈ, ਕਿਉਂਕਿ ਮੌਤ ਤੋਂ ਬਾਅਦ ਤਾਂ ਇਹਨੇ ਕਿਤੇ ਨਾਲ ਨਹੀਂ ਜਾਣਾ, ਇਹ ਤਾਂ ਇੱਥੇ ਹੀ ਸੜ ਕੇ ਖਾਕ ਹੋ ਜਾਣਾ। ਹੂੰ ਪੰਡਤ ਕਹਿਣ ਲੱਗਾ ਵੀ ਤੁਸੀਂ ਇਹ ਧਾਗਾ ਨਹੀਂ ਪਾਉਣਾ, ਫਿਰ ਤੁਸੀਂ ਦੱਸ ਦਿਓ ਕਿਹੜਾ ਧਾਗਾ ਪਾਉਣਾ ਹੈ। ਹੂੰ ਤੇ ਸਤਿਗੁਰੂ ਜੀ ਨੇ ਸਪਸ਼ਟ ਕਰਦਿਆਂ ਬਚਨ ਕਹੇ, ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਸਤ ਗੰਢੀ ਗੰਢੀ ਸਤ ਸਤ ਵਟ, ਵਟ। ਵਾਹ ਇਹ ਜਨੇਊ ਜੀ ਕਾ ਹਈ ਤਾਂ ਪਾਉਂਦੇ ਘਰ। ਤਾਂ ਪਾਉਂਦੇ ਘਰ। ਵਾਹ ਵਾਹ। ਮਹਾਰਾਜ ਕਹਿੰਦੇ ਜਿਹੜਾ ਧਾਗਾ ਤੁਸੀਂ ਪਾਉਂਦੇ ਹੋ ਇਹ ਕਪਾਹ ਤੋਂ ਬਣਿਆ ਹੈ, ਹੂੰ ਤੇ ਇਹਨੂੰ ਤੁਸੀਂ ਵੱਟ ਦੇ ਕੇ ਇਸ ਤਰ੍ਹਾਂ ਧਾਗਾ ਬਣਾਉਂਦੇ ਹੋ, ਇਹ ਤਾਂ ਸੜ ਕੇ ਖਾਕ ਹੋ ਜਾਣਾ ਹੈ, ਪਰ ਆ ਮੈਂ ਦੱਸਦਾ ਹੈ ਕਿਹੜਾ ਧਾਗਾ ਪਾਇਆ ਪ੍ਰਮਾਤਮਾ ਦੇ ਦਰ ਕਬੂਲ ਹੋ ਜਾਏ। ਮਹਾਰਾਜ ਕਹਿੰਦੇ ਜਿਹੜੇ ਧਾਗੇ ਤੇ ਮੈਂ ਯਕੀਨ ਕਰਦਾ ਹੈ ਉਹ ਧਾਗਾ ਬਣਿਆ ਦਇਆ ਦਾ, ਸੰਤੋਖ ਦਾ, ਉੱਚੇ ਆਚਰਣ ਦਾ, ਉੱਚੀ ਸੁੱਚੇ ਜੀਵਨ ਦਾ, ਜਤ ਦਾ, ਸੱਚ ਦਾ। ਮਹਾਰਾਜ ਕਹਿੰਦੇ ਜਿਹੜਾ ਧਾਗੇ ਦੀ ਤੁਸੀਂ ਗੱਲ ਕਰਦੇ ਹੋ ਇਹ ਧਾਗੇ ਨੇ ਤਾਂ ਪ੍ਰਵਾਨ ਨਹੀਂ ਕਰਾਉਣਾ, ਪਰ ਜੇ ਦਇਆ, ਸੰਤੋਖ, ਜਤ ਤੇ ਸਤ ਨੂੰ ਧਾਰਨ ਕਰ ਲਿਆ ਇਹਦੇ ਬਣੇ ਹੋਏ ਧਾਗੇ ਨੇ ਸਾਨੂੰ ਪ੍ਰਮਾਤਮਾ ਦੇ ਦਰ ਤੇ ਕਬੂਲ ਜ਼ਰੂਰ ਕਰਾਉਣਾ। ਤਾਂ ਮਹਾਰਾਜ ਕਹਿੰਦੇ ਨੇ ਜੇ ਇਹ ਧਾਗਾ ਤੁਹਾਡੇ ਕੋਲ ਹੈ ਤਾਂ ਮੈਨੂੰ ਪਾ ਦੇ, ਨਹੀਂ ਤੇ ਜਿਹੜੇ ਧਾਗੇ ਦੀ ਤੁਸੀਂ ਗੱਲ ਕਰਦੇ ਹੋ ਇਹ ਧਾਗਾ ਮੈਂ ਨਹੀਂ ਪਾ, ਕਿਉਂਕਿ ਜਿਹੜੇ ਧਾਗੇ ਦੀ ਮੈਂ ਗੱਲ ਕਰ ਰਿਹਾ ਨਾ ਇਹ ਟੁੱਟੈ, ਨਾ ਮਲ ਲੱਗਾ, ਨਾ ਇਹੋ ਜਲੈ ਨਾ ਜਾਏ। ਜਿਹੜੇ ਧਾਗੇ ਦੀ ਮੈਂ ਗੱਲ ਕਰਦਾ ਜਿਹੜਾ ਦਇਆ ਸੰਤੋਖ ਤੋਂ ਬਣਿਆ, ਨਾ ਇਹ ਟੁੱਟੇਗਾ, ਨਾ ਸੜੇਗਾ, ਨਾ ਮੈਲਾ ਹੋਵੇਗਾ, ਨਾ ਘਸੇਗਾ। ਇਹ ਧਾਗਾ ਹਰ ਪਲ ਸਾਡਾ ਸਾਥ ਦੇਵੇਗਾ, ਸਾਨੂੰ ਵਿਕਾਰਾਂ ਤੋਂ ਔਰ ਜਮਾਂ ਤੋਂ ਬਚਾਵੇ। ਤੋ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੇ, ਇਸ ਕਰਨੀ ਨੇ, ਕਿਉਂਕਿ ਮੈਂ ਸਾਖੀਆਂ ਨੂੰ ਕੇਵਲ ਕੰਨ ਰਸ ਤੱਕ ਸੀਮਤ ਨਹੀਂ ਕਰਨਾ ਚਾਹੁੰਦਾ ਸਤ ਸੰਗਤ, ਇਹ ਨਹੀਂ ਵੀ ਬਸ ਸੁਣ ਲਿਆ ਤੇ ਕੰਮ ਨਿਬੜ ਗਿਆ। ਮੈਂ ਚਾਹੁੰਦਾ ਵੀ ਅਸੀਂ ਇਹਨਾਂ ਸਾਖੀਆਂ ਤੋਂ ਇਹ ਸਬਕ ਲਈਏ ਕਿ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹ ਰਹੇ। ਕੀ ਬਾਤ ਹੈ। ਅਕਸਰ ਸਮਾਜ ਦੇ ਵਿੱਚ ਦੇਖਦੇ ਆ, ਕਿਉਂਕਿ ਗੱਲ ਕੇਵਲ ਉਹਨਾਂ ਦੀਆਂ ਰਸਮਾਂ ਤੱਕ ਆਪਾਂ ਸੀਮਤ ਨਹੀਂ ਕਰਨੀ, ਜੇ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਨਾ ਸਾਨੂੰ ਵੀ ਸਿੱਖ ਲੈਣਾ ਚਾਹੀਦਾ। ਅਕਸਰ ਅਸੀਂ ਬਾਹਰੀ ਤੌਰ ਤੇ ਤਾਂ ਧਰਮੀ ਬਣ ਜਾਂਦੇ ਆ, ਜਿਹਨੂੰ ਮਹਾਰਾਜ ਨੇ ਗੁਰਬਾਣੀ ਚ ਕਿਹਾ ਨਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਜਿੱਤੀਆਂ। ਕਈ ਵਾਰੀ ਅਸੀਂ ਬਾਹਰੋਂ ਬੜੇ ਸੋਹਣੇ ਲੱਗਦੇ ਆ ਬਗਲਿਆਂ ਵਾਂਗੂ, ਪਰ ਜੋ ਕੁਝ ਬਾਹਰੋਂ ਦਿਖ ਰਿਹਾ ਉਹ ਕੁਝ ਅੰਦਰ ਹੈ ਨਹੀਂ। ਤੇ ਅਸਲ ਦੇ ਵਿੱਚ ਸਤਿਗੁਰੂ ਜੀ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਰਮ ਦਾ ਸਭ ਤੋਂ ਵੱਧ ਨੁਕਸਾਨ ਉਹ ਲੋਕ ਕਰਦੇ ਨੇ ਜਿਹੜੇ ਬਾਹਰੋਂ ਤਾਂ ਧਰਮੀ ਦਿਖ ਰਹੇ ਨੇ ਪਰ ਅੰਦਰ ਉਹਨਾਂ ਦੇ ਧਰਮ ਨਹੀਂ। ਕੀ ਬਾਤ ਹੈ। ਅੱਜ ਤੁਸੀਂ ਆਮ ਤੌਰ ਤੇ ਦੇਖ ਲਵੋ, ਗੁਰੂ ਕਾ ਬਾਣਾ ਇੱਕ ਬੜੀ ਵੱਡੀ ਚੀਜ਼ ਹੈ, ਮੈਂ ਵੀ ਪਾਉਣਾ, ਬੜਾ ਸਤਿਕਾਰ ਕਰਦਾ, ਪਰ ਅਸੀਂ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ। ਸਾਡੇ ਸਮਾਜ ਦੇ ਵਿੱਚ ਕਈ ਲੋਕ ਐਸੇ ਹਨ ਜਿਹੜੇ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਬਾਹਰੋਂ ਧਰਮ ਦੇ ਭੇਖ ਬਣਾ ਲੈਂਦੇ ਨੇ, ਬਾਣੇ ਵੀ ਪਾ ਲੈਂਦੇ ਨੇ, ਪਰ ਅੰਦਰੋਂ ਗੁਰਬਾਣੀ ਦਾ ਕੋਈ ਅੰਸ਼ ਨਹੀਂ ਹੁੰਦਾ। ਨਤੀਜਾ ਕੀ ਨਿਕਲਦਾ ਹੈ? ਜਿਵੇਂ ਮਹਾਰਾਜ ਨੇ ਗੁਰਬਾਣੀ ਵਿੱਚ ਕਿਹਾ ਨਾ, ਕਈ ਵਾਰੀ ਸੱਪ ਆਪਣੀ ਕੁੰਜ ਬਦਲ ਲੈਂਦਾ ਹੈ ਪਰ ਸੁਭਾਅ ਸੱਪ ਦਾ ਉਹੀ ਰਹਿੰਦਾ, ਜ਼ਹਿਰ ਵਾਲਾ। ਕਈ ਵਾਰੀ ਬੰਦਾ ਆਪਣੇ ਬਾਹਰ ਦਾ ਪਹਿਰਾਵਾ ਬਦਲ ਲੈਂਦਾ ਪਰ ਅੰਦਰ ਦਾ ਆਚਰਣ ਉਹੀ ਰਹਿੰਦਾ। ਬੰਦੇ ਨੇ ਪਹਿਰਾਵਾ ਬਦਲ ਲਿਆ ਪਰ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਗੀਤ ਸੁਣਦਾ ਸੀ ਗੰਦੇ, ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹ ਸੁਣ ਰਿਹਾ, ਕੀ ਫਰਕ ਪਿਆ? ਸਿਰਫ ਪਹਿਰਾਵਾ ਹੀ ਬਦਲਿਆ ਨਾ। ਪਹਿਲਾਂ ਵੀ ਨਿੰਦਿਆ ਕਰ ਲੈਂਦਾ ਸੀ, ਹੁਣ ਵੀ ਨਿੰਦਿਆ ਕਰ ਲੈਂਦਾ ਹੈ, ਪਹਿਲਾਂ ਵੀ ਗਾਲਾਂ ਕੱਢ ਲੈਂਦਾ ਸੀ, ਹੁਣ ਵੀ ਕੱਢ ਲੈਂਦਾ ਹੈ। ਮਹਾਰਾਜ ਕਹਿੰਦੇ ਬਾਹਰਲਾ ਭੇਖ ਬਦਲ ਲਿਆ, ਅੰਦਰ ਤਾਂ ਬਦਲਿਆ ਨਹੀਂ ਤੇਰਾ, ਤੇ ਕੀ ਬਦਲ ਲਿਆ ਫਿਰ? ਤੋ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਹੈ, ਭਾਈ ਜੇ ਬਾਹਰੀ ਪਹਿਰਾਵਾ ਪਾ ਕੇ ਤੁਸੀਂ ਲੋਕਾਂ ਨੂੰ ਭਰਮਾ ਸਕਦੇ ਹੋ, ਯਾਦ ਰੱਖਿਓ ਪਰਮਾਤਮਾ ਇਆਣਾ ਨਹੀਂ, ਪਰਮਾਤਮਾ ਸਾਡੇ ਅੰਦਰ ਦੀ ਜਾਣਦਾ ਹੈ। ਇਸ ਕਰਕੇ ਜੇ ਬਾਹਰੋਂ ਅਸੀਂ ਧਰਮੀ ਬਣਨ ਲਈ ਅਸੀਂ ਲੋਕਾਂ ਨੂੰ ਪ੍ਰੈਡਿਕਟ ਕਰ ਰਹੇ ਹਾਂ, ਲੋਕਾਂ ਨੂੰ ਦਿਖਾ ਰਹੇ ਹਾਂ, ਤੇ ਭਲੀ ਬਾਤ ਇਹ ਹੋਵੇਗੀ ਜੇ ਅੰਦਰੋਂ ਵੀ ਧਰਮੀ ਬਣੀ। ਔਰ ਸਤਿਗੁਰੂ ਜੀ ਨੇ ਸਪਸ਼ਟ ਕਿਹਾ, ਬਾਹਰੋਂ ਧਰਮ ਵਾਲੇ ਕੀਤੇ ਕਰਮ ਵੀ ਸਾਨੂੰ ਸਫਲ ਨਹੀਂ ਕਰਾ ਸਕਣਗੇ ਜੇ ਅੰਦਰੋਂ ਅਸੀਂ ਵਕਾਰ ਨਾ ਛੱਡੇ। ਸਤਿਗੁਰੂ ਜੀ ਦਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਦਾ, ਮਹਾਰਾਜ ਕਹਿੰਦੇ ਨੇ ਤੈ ਨਰ ਕਿਆ ਪ੍ਰਾਣ ਸੁਨ ਕੀਨਾ,
ਹੁਣ ਇਹ ਉਸ ਵਕਤ ਦੇ ਧਰਮ ਕਰਨ ਸਨ, ਪੁਰਾਣ ਪੜ੍ਹ ਲੈਣੇ, ਗ੍ਰੰਥ ਪੜ੍ਹ ਲੈਣੇ, ਬਾਹਰੋਂ ਭੇਖ ਬਣਾ ਲੈਣੇ, ਕੋਈ ਸੇਵਾ ਕਰ ਲੈਂਦਾ। ਟੈਨਰ ਕਿਆ ਪੁਰਾਣ ਸੁਨ ਕੀਨਾ, ਅਨ ਪਾਵਨੀ ਭਗਤ ਨੇ ਉਪਜੀ ਭੁਖੈ ਦਾਮ ਨਾ ਦੀਨਾ। ਆਹਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਪਈ ਸਭ ਸੇ। ਮਹਾਰਾਜ ਕਹਿੰਦੇ ਤੁਸੀਂ ਕਾਮ ਨਹੀਂ ਛੱਡਿਆ, ਕ੍ਰੋਧ ਨਹੀਂ ਛੱਡਿਆ, ਵਕਾਰ ਨਹੀਂ ਛੱਡੇ, ਤਾਂ ਤੁਹਾਡੇ ਬਾਹਰੋਂ ਕੀਤੇ ਕਰਮ ਧਰਮ ਵੀ ਤੁਹਾਨੂੰ ਸਫਲ ਨਹੀਂ ਕਰਾ ਸਕਦੇ। ਤੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਜਨੇਊ ਵਾਲੀ ਸਾਖੀ ਤੋਂ ਆਪਾਂ ਇਹ ਸਿੱਖਣਾ ਹੈ, ਮੇਰੇ ਸਤਿਗੁਰੂ ਰਹਿਮਤ ਕਰਿਓ, ਅਸੀਂ ਬਾਣਾ ਪਾਇਆ ਹੈ, ਇਹਦੀ ਲਾਜ ਵੀ ਰੱਖੀ। ਕਿਉਂਕਿ ਮਹਾਰਾਜ ਅਸੀਂ ਇਹ ਦਮਾਲਾ ਬੰਨ ਕੇ ਬਾਣਾ ਪਾ ਕੇ ਜਦੋਂ ਬਾਹਰ ਨਿਕਲਾਂਗੇ ਨਾ, ਤੇ ਮੇਰੇ ਤੋਂ ਕੋਈ ਕੁਰੀਤੀ ਹੋ ਗਈ, ਗਾਲ ਨਿਕਲ ਗਈ, ਕੋਈ ਗਲਤ ਕੰਮ ਹੋ ਗਿਆ, ਤਾਂ ਲੋਕਾਂ ਨੇ ਇਹ ਨਹੀਂ ਕਹਿਣਾ ਫਲਾਣੇ ਸਿੰਘ ਜਾਂ ਫਲਾਣੀ ਕੌਰ ਨੇ ਗਲਤ ਕੀਤਾ। ਲੋਕਾਂ ਨੇ ਸਿੱਧਾ ਸਵਾਲ ਗੁਰੂ ਤੇ ਕਰਨਾ ਵੀ ਗੁਰੂ ਵਾਲੇ ਬੰਦੇ ਨੇ ਇਹ ਕੀਤਾ, ਧਰਮੀ ਬੰਦੇ ਨੇ ਉਹ ਕੀਤਾ। ਔਰ ਇਹੀ ਕਾਰਨ ਹੈ ਕਿ ਅੱਜ ਨਾਸਤਿਕਤਾ ਦਾ ਜਨਮ ਹੋਇਆ। ਨਾਸਤਿਕ ਬੰਦੇ ਦਾ ਜਨਮ ਹੀ ਇਸ ਕਰਕੇ ਹੋਇਆ, ਉਹਦੇ ਅੰਦਰ ਨਾਸਤਿਕਤਾ ਦਾ ਜਨਮ ਇਸ ਕਰਕੇ ਹੋਇਆ ਕਿਉਂਕਿ ਉਹਦਾ ਵਾਹ ਉਹਨਾਂ ਲੋਕਾਂ ਨਾਲ ਪੈ ਗਿਆ ਜਿਹੜੇ ਬਾਹਰੋਂ ਤਾਂ ਧਰਮੀ ਸਨ ਪਰ ਅੰਦਰੋਂ ਧਰਮੀ ਨਹੀਂ ਬਣ ਸਕੇ। ਤੇ ਕਈ ਵਾਰੀ ਆਮ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਵੀ ਜੇ ਉਹ ਧਰਮੀ ਬਣ ਕੇ ਕੁਝ ਖੱਟ ਨਹੀਂ ਸਕਿਆ ਤੇ ਮੈਂ ਕਿਵੇਂ ਖੱਟ ਲਵਾਂ। ਤੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਬਾਣਾ ਪਾਇਆ ਹੈ, ਸਾਡੀ ਜ਼ਿੰਮੇਵਾਰੀ ਸਮਾਜ ਦੇ ਵਿੱਚ ਵੱਧ ਬਣ ਜਾਂਦੀ ਹੈ। ਕਿਉਂਕਿ ਧਰਮੀ ਬਣ ਕੇ ਜਿੱਥੇ ਅਸੀਂ ਆਪਣਾ ਸੁਧਾਰ ਕਰਨਾ ਹੈ, ਉੱਥੇ ਇਹ ਵੀ ਯਾਦ ਰੱਖੀਏ ਕਿ ਲੋਕਾਂ ਦੀ ਨਜ਼ਰ ਵੀ ਸਾਡੇ ਤੇ ਹੈ। ਸਾਡੀ ਹਰ ਗਤੀਵਿਧੀ ਲੋਕ ਦੇਖ ਰਹੇ ਨੇ ਵੀ ਇਹ ਧਰਮੀ ਬੰਦਾ ਦਿਖ ਰਿਹਾ, ਇਹ ਕਿਹੋ ਜਿਹੇ ਕੰਮ ਕਰਦਾ। ਤੇ ਜੇ ਅਸੀਂ ਜੋ ਕੁਝ ਬਾਹਰੋਂ ਦੇਖ ਰਹੇ ਹਾਂ ਉਹ ਕੁਝ ਅੰਦਰੋਂ ਵੀ ਬਣ ਗਏ, ਤੇ ਫਿਰ ਇਹੋ ਜਿਹੇ ਲੋਕਾਂ ਦੇ ਕਰਕੇ ਸੰਸਾਰ ਤਰ ਜਾਂਦਾ ਹੈ। ਲੋਕ ਉਹਨਾਂ ਦੀ ਸੰਗਤ ਕਰਕੇ ਸਹੀ ਰਸਤੇ ਤੇ ਆ ਜਾਂਦੇ ਨੇ। ਬਹੁਤ ਅੱਛਾ। ਸਤਿਗੁਰੂ ਜੀ ਰਹਿਮ ਕਰਨ, ਹਾਂਜੀ, ਸਾਨੂੰ ਇਹ ਕੁਝ ਆਪਣੇ ਜੀਵਨ ਤੇ ਸਫਲ ਕਰਨਾ ਆ ਜਾਵੇ। ਬਹੁਤ ਖੂਬ। ਗੁਰੂ ਪਾਤਸ਼ਾਹ ਨੇ ਜੋ ਸਾਨੂੰ ਇਹ ਦਾਤ ਦਿੱਤੀ, ਜਿਹਨੂੰ ਅਸੀਂ ਸਿੱਖੀ ਵਿਰਸਾ ਕਹਿੰਦੇ ਹਾਂ, ਗੁਰੂ ਪਾਤਸ਼ਾਹ ਦੇ 10 ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਪੜ੍ਹੀਏ ਤਾਂ ਉਹ ਇੱਕ ਰੈਵੋਲੂਸ਼ਨਰੀ ਸਨ। ਸਮਾਜ ਵਿੱਚ ਇੱਕ ਤਬਦੀਲੀ ਲਿਆਉਂਦੇ ਸਨ। ਅੱਜ ਹਰ ਸਿੱਖ ਜਾਂ ਹਰ ਮਨੁੱਖ ਕੇਵਲ ਕਰਮ ਕਾਂਡ ਨਿਭਾਉਣ ਤੋਂ ਉੱਪਰ ਉੱਠ ਕੇ ਮੇਰੇ ਗੁਰੂ ਪਾਤਸ਼ਾਹ ਦੇ ਹੁਕਮ, ਗੁਰੂ ਪਾਤਸ਼ਾਹ ਦੀ ਬਾਣੀ ਦੀਆਂ ਸਿੱਖਿਆਵਾਂ, ਗੁਰੂ ਪਾਤਸ਼ਾਹ ਦੇ ਸਿਧਾਂਤ ਉਹਨਾਂ ਨੂੰ ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ, ਆਪਣੇ ਬੱਚਿਆਂ ਵਿੱਚ ਤੇ ਹਰ ਇੱਕ ਤੱਕ ਪਹੁੰਚਾਉਣ ਦੇ ਲਈ ਯਤਨ ਕਰੇ। ਵੀਰ ਹਰਜੋਤ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਤੁਸੀਂ ਹਰ ਹਫ਼ਤੇ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਉਂਦੇ ਹੋ। ਅਗਲੇ ਹਫ਼ਤੇ ਫਿਰ ਇੱਕ ਨਵੀਂ ਸਾਖੀ ਰਾਹੀਂ ਤੁਸੀਂ ਸੰਗਤਾਂ ਦੇ ਰੂਬਰੂ ਹੋਵੋਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਇਹ ਸਨ ਵੀਰ ਜੀ ਹਰਜੋਤ ਸਿੰਘ, ਜੋ ਕਿ ਸਾਡੇ ਦਰਸ਼ਕਾਂ ਦੇ ਨਾਲ ਹਰ ਸ਼ੁੱਕਰਵਾਰ ਨੂੰ ਸ਼ਾਮੀ 5 ਵਜੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਐਪੀਸੋਡ ਦੇ ਵਿੱਚ ਰੂਬਰੂ ਹੋ ਕੇ ਗੁਰੂ ਕੀਆਂ ਸਾਖੀਆਂ ਸੁਣਾਉਂਦੇ ਨੇ। ਸਾਡੇ ਦਰਸ਼ਕ ਬਹੁਤ ਪਸੰਦ ਕਰ ਰਹੇ ਨੇ, ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਬਹੁਤ ਪਸੰਦ ਆ ਰਹੀਆਂ ਨੇ। ਆਪਣੇ ਬੱਚਿਆਂ ਦੇ ਨਾਲ ਤੁਸੀਂ ਵੀਕਐਂਡ ਤੇ ਬੈਠੋ, ਇਹ ਵੀਡੀਓ ਦਿਖਾਓ, ਉਹਨਾਂ ਨੂੰ ਆਪਣੇ ਤੌਰ ਤੇ ਐਕਸਪਲੇਨ ਵੀ ਕਰੋ, ਉਹਨਾਂ ਨੂੰ ਸਵਾਲ ਪੁੱਛੋ। ਹਰ ਹਫ਼ਤੇ ਸਾਡੇ ਬੱਚੇ ਆਪਣੇ ਗੁਰੂ ਵਿਰਸੇ ਬਾਰੇ ਜਾਣਨਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰਬਾਣੀ, ਗੁਰਮਤਿ ਤੇ ਗੁਰਸਿੱਖੀ ਵਿਰਸੇ ਨਾਲ ਜੁੜੇ ਰਹਿਣਗੇ। ਜਿਨ੍ਹਾਂ ਨੂੰ ਇਹ ਐਪੀਸੋਡ ਚੰਗੇ ਲੱਗੇ, ਸਾਡਾ ਯਤਨ ਚੰਗਾ ਲੱਗਿਆ, ਕਿਰਪਾ ਕਰਕੇ ਗੁਰੂ ਗਿਆਨ TV ਚੈਨਲ ਇਸ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਤੁਹਾਡੇ ਸਾਰਿਆਂ ਦਾ ਧੰਨਵਾਦ। ਅਗਲੇ ਹਫ਼ਤੇ ਫਿਰ ਨਵੀਂ ਸਾਖੀ ਲੈ ਕੇ ਵੀਰ ਜੀ ਹੋਰੀ ਤੁਹਾਡੇ ਰੂਬਰੂ ਹੋਣਗੇ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।